ਸਤਿ ਸ਼੍ਰੀ ਅਕਾਲ ਜੀ। ਸਿਟੀ ਨਾਰਥ ਕੈਂਪਸ ਨਿਊਜ਼ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਸਾਡੇ ਸੱਦੇ ਤੇ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ ਜਪਸਿਮਰਨ ਕੌਰ, ਜਿਨ੍ਹਾਂ ਨੇ KBC ਵਿੱਚੋਂ 50 ਲੱਖ ਪੁਆਇੰਟਸ ਜਿੱਤ ਕੇ ਸਾਡੇ ਜਲੰਧਰ ਸ਼ਹਿਰ ਦਾ ਮਾਣ ਹੈ ਜਿਹੜਾ ਵਧਾਇਆ ਹੈ। ਸਤਿ ਸ਼੍ਰੀ ਅਕਾਲ ਜੀ ਜਪਸਿਮਰਨ, ਕੀ ਹਾਲ ਹੈ ਤੁਹਾਡਾ? ਮੈਂ ਵਧੀਆ। ਅੱਛਾ, ਅੱਜ ਤੁਹਾਡੇ ਨਾਲ ਕੌਣ ਆਇਆ ਹੈ? ਅੱਜ ਮੇਰੇ ਨਾਲ ਮੇਰੇ ਮੰਮਾ ਤੇ ਮੇਰੇ ਦਾਦੂ ਆਏ ਨੇ। ਓਕੇ ਮੈਮ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸਰ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਸੋ ਸਭ ਤੋਂ ਪਹਿਲੇ ਜਪਸਿਮਰਨ, ਮੇਰਾ ਸਵਾਲ ਇਹ ਹੈ ਕਿ ਤੁਹਾਡਾ ਜਿਹੜਾ KBC ਦੇ ਵਿੱਚ ਜਾਣ ਦਾ ਸਫ਼ਰ ਕਿਵੇਂ ਸਟਾਰਟ ਹੋਇਆ? ਪਹਿਲਾਂ ਤੇ ਮੇਰੇ ਪਾਪਾ ਨੇ ਇਸ ਸਾਲ ਟਰਾਈ ਕੀਤਾ ਸੀਗਾ KBC ਦੇ ਵਿੱਚ, Okay. ਲੇਕਿਨ ਉਹਨਾਂ ਦਾ ਆਡੀਸ਼ਨ ਰਾਊਂਡ ਤੋਂ ਅੱਗੇ ਹੋ ਨਹੀਂ ਪਾਇਆ ਤੇ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਹੋਇਆ, ਜਦੋਂ ਜੂਨੀਅਰਸ ਦੇ ਆ ਗਏ ਨੇ ਤਾਂ ਮੇਰਾ ਵੀ ਮਨ ਹੋਇਆ ਕਿ ਮੈਂ ਵੀ ਟਰਾਈ ਕਰ ਲਾਂ ਤੇ ਮੈਂ ਵੀ ਮਜ਼ੇ ਦੇ ਵਿੱਚ ਰਜਿਸਟ੍ਰੇਸ਼ਨ ਕਰਤੀ। ਫਿਰ ਜਦੋਂ ਸਾਰੀ ਪ੍ਰੋਸੈਸ ਹੋਈ, ਕਾਲਸ ਵਗੈਰਾ ਆਈਆਂ, ਰਜਿਸਟ੍ਰੇਸ਼ਨ ਕਿਉਂਕਿ ਆਪਾਂ ਕੀਤੀ ਸੀ ਤਾਂ ਉਹਨਾਂ ਨੇ ਚੈੱਕ ਕਰਨਾ ਸੀ ਕਿ ਆਪਾਂ ਹੀ ਰਜਿਸਟ੍ਰੇਸ਼ਨ ਕੀਤੀ ਹੈ ਤੇ ਇਨਫੋਰਮੇਸ਼ਨ ਉਹਨਾਂ ਨੇ ਜਿਹੜੀ ਸਾਰੀ ਲਈ ਤੇ ਚੈੱਕ ਕੀਤੀ। ਕਾਲ ਕਿਸੇ ਵੀ ਨੰਬਰ ਤੋਂ ਆ ਜਾਂਦੀ ਸੀਗੀ, ਇੱਕ ਦੋ ਕਾਲਸ ਆਈਆਂ ਤੇ ਉਹਦੇ ਤੋਂ ਬਾਅਦ ਮੇਰਾ ਨੇਮ ਸ਼ਾਰਟਲਿਸਟ ਹੋਇਆ ਸੀਗਾ ਰਿਟਨ ਟੈਸਟ ਵਾਸਤੇ ਤੇ ਮੈਨੂੰ ਜਿਹੜੀ ਜਗ੍ਹਾ ਮਿਲੀ ਸੀ ਟੈਸਟ ਵਾਸਤੇ ਉਹ ਮੁੰਬਈ ਸੀਗੀ ਤੇ ਸਾਨੂੰ ਮੁੰਬਈ ਜਾਣਾ ਪਿਆ ਸੀ ਤੇ ਮੁੰਬਈ ਦੇ ਵਿੱਚ ਜਿਹੜਾ ਰਿਟਨ ਟੈਸਟ ਹੋਇਆ ਉਹਦੇ ਤੋਂ ਬਾਅਦ PI ਰਾਊਂਡ ਤੋਂ ਬਾਅਦ ਮੇਰਾ ਸਿਲੈਕਸ਼ਨ ਹੋਇਆ ਸੀ। ਸੋ ਜਦੋਂ ਤੁਹਾਨੂੰ ਕਾਲ ਆਈ ਉੱਥੋਂ ਤੇ ਤੁਹਾਨੂੰ ਇਦਾਂ ਨਹੀਂ ਲੱਗਾ ਵੀ ਸ਼ਾਇਦ ਕੋਈ ਫਾਲਸ ਕਾਲ ਹੋ ਸਕਦੀ ਹੈ? ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀ ਫਾਲਸ ਕਾਲ ਜਿਹੜੀਆਂ ਚੱਲ ਰਹੀਆਂ ਨੇ। ਪਹਿਲਾਂ ਤੇ ਜਦੋਂ ਮੇਰੇ ਪਾਪਾ ਆਫਿਸ ਸੀ ਉਹਨਾਂ ਨੂੰ ਕਾਲ ਆਈ ਸੀਗੀ ਉਦੋਂ, ਲੇਕਿਨ ਉਹਨਾਂ ਨੇ ਕਨਫਰਮ ਕਰਨਾ ਹੁੰਦਾ ਕਿ ਤੁਸੀਂ ਇਹ ਨੰਬਰ ਤੋਂ ਇਸੇ ਕੰਟੈਸਟੈਂਟ ਨੇ ਰਜਿਸਟਰ ਕੀਤਾ ਸੀ, ਉਹ ਤਾਂ ਪਾਪਾ ਨੇ ਕਰ ਦਿੱਤਾ। ਫਿਰ ਉਹਨਾਂ ਨੇ ਸ਼ਾਮ ਨੂੰ ਦੁਬਾਰਾ ਕਾਲ ਕੀਤੀ ਸੀ, ਕਿਸੇ ਵੀ ਨੰਬਰ ਤੋਂ ਆ ਜਾਂਦੀ ਹੈ, ਫਰਾਡ ਵੀ ਲਿਖਿਆ ਹੋ ਸਕਦਾ ਇਨਫੈਕਟ, ਪਰ ਜੇ ਆਪਾਂ ਚੱਕ ਲੈਂਦੇ ਹਾਂ ਤੇ ਵਧੀਆ ਸਾਡੇ ਲਈ, ਨਹੀਂ ਤਾਂ ਲੱਕ ਦੀ ਗੱਲ ਹੀ ਆ ਉਹ ਵਾਲੀ। ਓਕੇ, ਸੋ ਇੱਥੇ ਤੁਹਾਡਾ ਲੱਕ ਥੋੜਾ ਤੇਜ਼ ਸੀਗਾ ਜਦ ਤੁਸੀਂ ਜਾਣਾ ਸੀਗਾ। ਸੋ ਅਸੀਂ ਸੁਣਿਆ ਕਿ ਤੁਹਾਡੇ ਫਾਦਰ ਵੀ ਪਹਿਲੇ ਟਰਾਈ ਕਰ ਚੁੱਕੇ ਹੈ ਤੇ ਉਹਨਾਂ ਨੇ ਕਿੰਨੀ ਵਾਰੀ ਟਰਾਈ ਕੀਤਾ ਔਰ ਤੁਹਾਡੀ ਕਿੰਨੀ ਵਾਰ ਦੇ ਵਿੱਚ ਸਿਲੈਕਸ਼ਨ ਹੋ ਗਈ? ਪਾਪਾ ਤੇ ਬਹੁਤ ਟਾਈਮ ਤੋਂ ਟਰਾਈ ਕਰ ਰਹੇ ਸੀ, ਲੇਕਿਨ ਸਿੰਸੀਅਰਲੀ ਉਹਨਾਂ ਨੇ ਇਸੇ ਸਾਲ ਟਰਾਈ ਕੀਤਾ ਸੀ। ਉਹਨਾਂ ਨੂੰ ਭੋਪਾਲ ਮਿਲਿਆ ਸੀ ਰਿਟਨ ਟੈਸਟ ਵਾਸਤੇ, ਉਹ ਵੀ ਗਏ ਸੀਗੇ, ਬਟ ਉਹਨਾਂ ਦਾ ਆਡੀਸ਼ਨ ਤੋਂ ਅੱਗੇ ਹੋ ਨਹੀਂ ਪਾਇਆ ਤੇ ਉਹਦੇ ਤੋਂ ਬਾਅਦ ਇਸ ਸਾਲ ਮੈਂ ਟਰਾਈ ਕੀਤਾ। ਮੈਂ ਫਸਟ ਟਾਈਮ ਵੀ ਟਰਾਈ ਕੀਤਾ ਸੀ ਤੇ ਮੇਰਾ ਫਸਟ ਟਾਈਮ 'ਚ ਹੀ ਹੋ ਗਿਆ। ਸੋ ਜਦੋਂ ਤੁਹਾਨੂੰ ਕਾਲ ਆਈ, ਠੀਕ ਹੈ, ਔਰ ਉਸ ਤੋਂ ਬਾਅਦ ਤੁਸੀਂ ਮਤਲਬ ਤੁਹਾਡੀ ਕਾਲ ਤੋਂ ਬਾਅਦ ਔਰ ਸ਼ੂਟ ਦੇ ਵਿੱਚ ਕਿੰਨਾ ਕੁ ਟਾਈਮ ਸੀਗਾ? ਕਾਲ ਤੋਂ ਬਾਅਦ ਤੇ ਸ਼ੂਟ ਦੇ ਵਿੱਚ 2 ਮਹੀਨੇ ਤਾਂ ਆਲਮੋਸਟ ਲੱਗ ਹੀ ਗਏ ਸੀਗੇ। 2 ਮਹੀਨੇ। ਤੇ ਕਿਵੇਂ ਦਾ ਰਿਐਕਸ਼ਨ ਸੀਗਾ ਜਦੋਂ ਤੁਹਾਨੂੰ ਲੱਗਾ ਕਿ ਤੁਹਾਡੀ ਸਿਲੈਕਸ਼ਨ ਹੋ ਹੀ ਗਈ ਹੈ ਇਹਦੇ ਵਿੱਚ? ਖੁਸ਼ ਵੀ ਸੀ, ਡਰ ਵੀ ਲੱਗ ਰਿਹਾ ਸੀਗਾ ਕਿਉਂਕਿ ਹੁਣ ਇੰਨੇ ਅੱਗੇ ਪਹੁੰਚ ਗਏ ਤਾਂ ਫਿਰ ਪਿੱਛੇ ਵੀ ਕਾਹਤੋਂ ਜਾਣਾ, ਹੁਣ ਛੱਡਣਾ ਵੀ ਕਿਉਂ। ਓਕੇ, ਅਸੀਂ ਫਾਸਟੈਸਟ ਫਿੰਗਰ ਤੁਹਾਡਾ ਦੇਖਿਆ ਸੀ ਜਦੋਂ, ਤੇ ਉਹਦੇ ਵਿੱਚ 3 ਕੁਐਸਚਨਸ ਦੇ ਵਿੱਚ, ਜਿਹਦੇ ਵਿੱਚ ਪਹਿਲੇ ਔਰ ਦੂਸਰੇ ਕੁਐਸਚਨ 'ਚ ਤੁਸੀਂ ਸੈਕਿੰਡ ਪੋਜੀਸ਼ਨ ਤੇ ਸੀ, ਔਰ ਜਦੋਂ ਥਰਡ ਕੁਐਸਚਨ ਉਹਨਾਂ ਨੇ ਪੁੱਛਿਆ ਉਹਦੇ ਵਿੱਚ ਤੁਹਾਡਾ ਜਿਹੜਾ ਸਭ ਤੋਂ ਟੌਪ ਤੇ ਆ ਗਏ ਸੀਗੇ ਸਿਲੈਕਸ਼ਨ, ਮਤਲਬ ਜਿਹਦੇ ਵਿੱਚ ਤੁਸੀਂ ਹੌਟ ਸੀਟ ਤੇ ਜਾਣਾ ਸੀ। ਉਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਜਦੋਂ ਤੁਸੀਂ ਪਹਿਲੇ 2 ਕੁਐਸਚਨਸ ਦੇ ਆਨਸਰ ਦਿੱਤੇ ਸੀਗੇ? ਜਦੋਂ ਪਹਿਲੇ ਤਾਂ ਹੋ ਗਏ ਸੀ ਉਦੋਂ ਮਤਲਬ ਉਹ ਕੁਐਸਚਨਸ ਨਾ ਮੇਰੇ ਮਤਲਬ ਦੇ ਆਏ ਸੀ ਜਦੋਂ ਮੇਰੀ ਵਾਰੀ ਆਈ ਤੇ ਮਤਲਬ ਉਦੋਂ ਮੈਨੂੰ ਵਧੀਆ ਲੱਗ ਰਿਹਾ, ਠੀਕ ਹੈ। ਹੁਣ ਤੀਜਾ ਕੁਐਸਚਨ ਆਇਆ ਸੀਗਾ, ਜਦੋਂ ਥਰਡ ਕੁਐਸਚਨ ਆਇਆ ਆਪਸ਼ਨ ਨਹੀਂ ਆਇਆ ਹੋਇਆ ਸੀ, ਮੈਂ ਵੀ ਕਨਫਿਊਜ਼ ਹੋ ਗਈ ਸੀ। ਮੈਂ ਪੜ੍ਹਿਆ ਤੇ ਹੋਇਆ ਸੀਗਾ ਬਟ ਮੈਂ ਕਨਫਿਊਜ਼ ਹੋ ਗਈ ਤੇ ਜਦੋਂ ਆਪਸ਼ਨਸ ਆਏ ਮੈਨੂੰ ਛੇਤੀ ਹੋ ਗਿਆ ਕਿ ਹਾਂ ਬਸ ਇਹੀ ਆਨਸਰ ਹੋਏਗਾ। ਫਿਰ ਮੈਂ ਜਲਦੀ ਕੀਤਾ, ਮੇਰੇ ਵੱਲੋਂ ਸੀ ਚਲੋ ਕੋਈ ਨਹੀਂ, ਨੈਕਸਟ ਟਾਈਮ ਵੀ ਟਰਾਈ ਕਰ ਲਾਂਗੇ ਜੇ ਨਾ ਹੋ ਪਾਇਆ। ਕਿਉਂਕਿ ਕਿੰਨੇ ਬੱਚੇ ਅਜੇ ਰਹਿੰਦੇ ਸੀ, ਮਤਲਬ ਟੋਟਲ 7 ਬੱਚੇ ਸੀ ਤੇ ਮੈਂ ਉਦੋਂ 4th ਤੇ ਆਈ ਸੀਗੀ ਮੈਂ, ਤੇ ਮੈਨੂੰ ਸੀ ਕਿ ਚਲੋ ਅਗਲੇ 'ਚ ਵੀ ਟਰਾਈ ਕਰ ਲਾਂਗੇ ਕਿਉਂਕਿ ਮੇਰਾ ਫਸਟ ਤੇ ਨਹੀਂ ਆ ਰਿਹਾ ਸੀਗਾ। ਹਾਂ, ਫਸਟ ਤੇ ਨਹੀਂ ਸੀ ਕਿਉਂਕਿ ਤੁਸੀਂ ਸੈਕਿੰਡ ਤੇ ਵੀ ਆ ਗਏ ਸੀ ਔਰ 4th ਤੋਂ ਬਾਅਦ ਦਿਨ ਸੈਕਿੰਡ, ਦੈਨ ਫਿਰ ਫਸਟ ਤੇ ਆਏ ਸੀਗੇ। ਤੇ ਜਦੋਂ ਮੇਰਾ ਨਹੀਂ ਹੋ ਰਿਹਾ ਸੀਗਾ ਮੈਂ ਕਿਹਾ ਚਲੋ ਕੋਈ ਨਹੀਂ, ਹਜੇ ਹੋਰ ਵੀ ਟਰਾਈਸ ਪਈਆਂ ਨੇ, ਉਦੋਂ ਟਰਾਈ ਕਰਾਂਗੇ। ਤੇ ਜਦੋਂ ਸਾਰਾ ਟਾਈਮ ਕੈਲਕੂਲੇਟ ਹੋਇਆ ਤੇ ਮੈਂ ਫਸਟ ਤੇ ਤਾਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਤੇ ਉਦੋਂ ਮੈਂ ਕੰਬਦੀ ਵੀ ਪਈ ਸੀਗੀ। ਆਪਾਂ ਗਏ ਬੈਕ ਸਟੇਜ, ਪਾਣੀ ਵਗੈਰਾ ਪੀਤਾ, ਫਿਰ ਮੈਨੂੰ ਥੋੜਾ ਨਾਰਮਲ ਕੀਤਾ, ਫਿਰ ਮੈਂ ਆਈ ਸੀ ਹੌਟ ਸੀਟ ਤੇ ਦੁਬਾਰਾ। ਸੋ ਡਰ ਕਾਹਦਾ ਸੀਗਾ, ਕਿ ਕੁਐਸਚਨ ਦੇ ਆਨਸਰ ਦੇਣ ਦਾ ਜਾਂ ਅਮਿਤਾਭ ਬੱਚਨ ਸਰ ਦੇ ਕੋਲ ਬੈਠਣ ਦਾ? ਦੋਵਾਂ ਦਾ ਮਤਲਬ ਥੋੜਾ ਡਰ ਸੀਗਾ ਕਿਉਂਕਿ AB ਸਰ ਦੇ ਸਾਹਮਣੇ ਬੈਠਣਾ ਸੀ ਤੇ ਡਰ ਸੀਗਾ ਪਤਾ ਨਹੀਂ ਆਨਸਰ ਵਧੀਆ ਦੇਵਾਂਗੇ ਜਾਂ ਨਹੀਂ। ਤੇ ਬਸ ਜਦੋਂ ਸਰ ਨੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਉਦੋਂ ਸਾਰੀ ਨਰਵਸਨੈਸ ਹੀ ਉੱਡ ਗਈ। ਸੀਰੀਅਸਲੀ ਬਹੁਤ ਕੰਫਰਟੇਬਲ ਫੀਲ ਕਰਾ ਦਿੰਦੇ ਆ ਬੱਚਿਆਂ ਨੂੰ ਵੀ। ਮੈਮ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਜਦੋਂ ਇਹ ਹੌਟ ਸੀਟ ਤੇ ਪਹੁੰਚ ਗਏ ਸੀ ਤਾਂ? ਮੈਂ ਤਾਂ ਪਹਿਲੇ ਇਮੋਸ਼ਨਲ ਜਿਹੀ ਹੋ ਗਈ ਸੀ ਦੇਖ ਕੇ ਬਿਲਕੁਲ ਵੀ ਮੈਨੂੰ ਹੋ ਰਿਹਾ ਸੀ ਵੀ ਕੁਐਸਚਨ ਦੇ ਸਾਰੇ ਆਨਸਰ ਠੀਕ ਲੈ ਰਹੀ ਸੀ, ਵੀ ਦੇ ਰਹੀ ਸੀਗੀ ਆਨਸਰ ਸਾਰੇ ਠੀਕ ਦੇ ਰਹੀ ਸੀ, ਪਰ ਇਹਦਾ ਟਾਈਮਿੰਗ ਦਾ ਥੋੜਾ ਹੋ ਰਿਹਾ ਸੀ। ਫਿਰ ਇਹਦੇ ਪਾਪਾ ਨੇ ਵਿੱਚ ਬ੍ਰੇਕਸ ਆਈ ਸੀ ਤੇ ਫਿਰ ਪਾਪਾ ਨੇ ਇਹਨੂੰ ਸਮਝਾਇਆ ਵੀ ਥੋੜਾ ਅਲਰਟ ਹੋ ਕੇ ਬੈਠ, ਤੇ ਫਿਰ ਇਹਨੇ ਆਪਣਾ ਕਮਾਲ ਕੀਤਾ ਤੇ ਬੜੀ ਖੁਸ਼ੀ ਹੋਈ ਵੀ ਆ ਗਿਆ ਨੰਬਰ ਇਹਦਾ। ਸੋ ਜਦੋਂ ਤੁਹਾਡਾ ਬੱਚਾ ਹੌਟ ਸੀਟ ਤੇ ਬੈਠਾ ਹੁੰਦਾ ਹੈ ਉਸ ਟਾਈਮ ਤੁਸੀਂ ਮਤਲਬ ਕੀ ਮਹਿਸੂਸ ਕਰ ਰਹੇ ਹੁੰਦੇ ਹੋ? ਇੱਕ ਡਰ ਹੁੰਦਾ ਹੈ ਜਾਂ ਭਗਤੀ 'ਚ ਬੰਦਾ ਰਹਿੰਦਾ ਹੈ? ਪੇਰੈਂਟਸ ਹੋ, ਮਤਲਬ
ਬਲੇਸਿੰਗਸ ਵੀ ਚਾਹੀਦੀਆਂ ਹੁੰਦੀਆਂ। ਹਾਂ ਨਹੀਂ, ਇਹਦੇ ਤੇ ਮੈਨੂੰ ਕੌਨਫੀਡੈਂਸ ਪੂਰਾ ਸੀ ਵੀ ਹੁਣ ਇਹ ਆਪਣੇ ਆ ਗਈ ਹੈ ਹੌਟ ਸੀਟ ਤੇ ਕੰਫਰਟੇਬਲੀ ਖੇਡੇਗੀ। ਇਹਨੂੰ ਅਸੀਂ ਕਹਿ ਦਿੱਤਾ ਸੀ ਵੀ ਖੇਡਣਾ ਕੋਈ ਤੇਰੇ ਤੇ ਬਰਡਨ ਨਹੀਂ ਹੈ, ਕੰਫਰਟੇਬਲੀ ਖੇਡੋ ਆਪਣਾ ਤੇ ਰਿਲੈਕਸ ਹੋ ਕੇ ਖੇਡਣਾ। ਜਿਵੇਂ ਕਿ 9th ਕੁਐਸਚਨ ਤੇ ਜਾ ਕੇ ਆਈ ਥਿੰਕ ਤੁਸੀਂ ਪਹਿਲੀ ਲਾਈਫ ਲਾਈਨ ਲਿੱਤੀ ਹੈ। ਹਾਂਜੀ 9th ਕੁਐਸਚਨ ਤੇ ਮਤਲਬ ਬਹੁਤ ਅੱਛਾ ਖੇਲ ਰਹੇ ਸੀਗੇ ਕਈ, ਮਤਲਬ ਬਹੁਤ ਪ੍ਰਾਊਡ ਲੱਗ ਰਿਹਾ ਸੀ ਸਾਨੂੰ ਵੀ। ਅਸੀਂ ਜਦੋਂ ਦੇਖ ਰਹੇ ਸੀ ਬੜਾ ਗਰਵ ਮਹਿਸੂਸ ਹੋ ਰਿਹਾ ਸੀ ਕਿ ਜਲੰਧਰ ਸ਼ਹਿਰ ਦੀ ਕੁੜੀ ਸਾਡੇ ਬਹੁਤ ਲਾਗਿਓਂ ਆ ਰਹੀ ਹੈ। ਔਰ ਉਸ ਟਾਈਮ ਮਤਲਬ ਜਦੋਂ ਆਡੀਅנס ਪੋਲ ਤੁਸੀਂ ਪਹਿਲੇ ਲਿੱਤਾ ਸੀਗਾ, ਹਾਂਜੀ ਠੀਕ ਹੈ, ਤੇ ਉਹਦੇ ਵਿੱਚ ਪੇਰੈਂਟਸ ਵੱਲੋਂ ਆਨਸਰ ਸਹੀ ਸੀਗਾ ਜਾਂ ਗਲਤ ਸੀਗਾ? ਉਹ ਸਾਡੇ ਵੱਲੋਂ ਆਨਸਰ, ਮੈਨੂੰ ਵੀ ਕੁਐਸਚਨ ਨਹੀਂ ਸਮਝ ਆਇਆ ਸੀ। Okay. ਮੇਰੇ ਵੱਲੋਂ ਵੀ, ਮੈਂ ਬਾਕੀਆਂ ਦੇ ਵਾਰੀ ਸਾਰਿਆਂ ਦੇ ਵਾਰੀ ਸਹੀ ਦਿੱਤਾ ਆਨਸਰ, ਇਹਦੀ ਵਾਰੀ ਮੇਰੇ ਕੋਲ ਗਲਤ। ਚਲੋ ਇਹਨਾਂ ਨੂੰ ਕੁਐਸਚਨਸ ਵੀ ਨਹੀਂ ਨਾ ਦਿਸ ਰਹੇ ਸੀਗੇ। ਉੱਥੇ ਉਹ ਇੱਕ ਵਾਰੀ ਸਿਰਫ ਹਾਂ, ਬੋਲਦੇ ਨੇ। ਉਹ ਸਿਰਫ ਇਹਨਾਂ ਦੇ ਕੰਪਿਊਟਰ ਤੇ ਹੀ ਆਂਦਾ ਹੈਗਾ ਵੀ ਸਾਨੂੰ ਕਿਤੇ ਨਹੀਂ ਡਿਸਪਲੇ ਹੋ ਰਿਹਾ ਸੀ, ਅਸੀਂ ਸੁਣਨਾ ਹੀ ਸੀ। ਜੀ। ਪਰ ਉਹ ਅਸੀਂ ਪਤਾ ਨਹੀਂ ਕੀ ਹੋਇਆ ਉਸ ਟਾਈਮ ਕੁਐਸਚਨ ਨਹੀਂ ਸਮਝ ਆਇਆ ਸਾਨੂੰ। ਚਲੋ ਬਟ ਬਹੁਤ ਅੱਛਾ ਖੇਲ ਰਹੇ ਸੀ ਤੁਸੀਂ। ਸਰ ਨਾਲ ਮੇਰਾ ਇੱਕ ਕੁਐਸਚਨ ਹੈ। ਸਰ ਤੁਸੀਂ ਤਾਂ ਬਹੁਤ ਟਾਈਮ ਬਾਅਦ ਦੇਖਿਆ ਸੀਗਾ ਹੈ ਨਾ ਟੀਵੀ ਦੇ ਵਿੱਚ, ਤੁਸੀਂ ਸ਼ਾਇਦ ਨਹੀਂ ਨਾਲ ਗਏ ਸੀਗੇ, ਤੇ ਜਦੋਂ ਤੁਸੀਂ ਟੀਵੀ ਦੇ ਵਿੱਚ ਦੇਖਣ ਤੋਂ ਪਹਿਲੇ ਹੀ ਤੁਹਾਨੂੰ ਪਤਾ ਸੀਗਾ ਕਿ ਕੁੜੀ ਸਾਡੀ ਜਿੱਤ ਕੇ ਆਈ ਹੈ, ਤੇ ਟੀਵੀ ਤੇ ਦੇਖ ਕੇ ਕੀ ਮਜ਼ਾ ਆ ਰਿਹਾ ਸੀ ਉਸ ਟਾਈਮ? ਮੈਨੂੰ ਇਹਦੇ ਬਾਰੇ ਤਾਂ ਪਹਿਲਾਂ ਹੀ ਸੀਗਾ ਕਿ ਪਰਮਾਤਮਾ ਦੀ ਕਿਰਪਾ ਹੈਗੀ ਇਹਦੇ ਉੱਤੇ, ਜੀ। ਔਰ ਬਾਕੀ ਦਾ ਕੀ ਇਸ ਨਾਲ ਇੰਟਰਵਿਊ ਦੇ ਕੇ ਹੀ ਆਪਣਾ ਕੋਈ ਸਵਾਲ ਨਹੀਂ ਦਿਲ ਵਿੱਚ ਰਹਿ ਗਿਆ। ਬਿਲਕੁਲ, ਕਿਉਂਕਿ ਪਤਾ ਹੀ ਹੈ ਸਾਡਾ ਬੱਚਾ ਫਤਿਹ ਹਾਸਿਲ ਕਰ ਹੀ ਆਇਆ ਨਹੀਂ। ਔਰ ਸਰ ਇੱਕ ਹੋਰ ਕੁਐਸਚਨ ਹੈ, ਜਿੱਦਾਂ ਬੱਚੇ ਨੇ ਏਬੀ ਸਰ ਦੇ ਸਾਹਮਣੇ ਇੱਕ ਬੜਾ ਇਮੋਸ਼ਨਲ ਸੀਨ ਰੱਖਿਆ ਸੀਗਾ ਜਦੋਂ ਉਹਨਾਂ ਨੇ ਆਪਣੇ ਗ੍ਰੈਂਡ ਪੇਰੈਂਟਸ ਗ੍ਰੈਂਡ ਮਦਰ ਦੇ ਬਾਰੇ ਗੱਲ ਕੀਤੀ ਸੀਗੀ, ਉਸ ਟਾਈਮ ਤੁਸੀਂ ਮਤਲਬ ਕੀ ਮਹਿਸੂਸ ਕੀਤਾ? ਉਹ ਤਾਂ ਫਿਰ ਇਸ ਦਾ ਕੋਈ ਜਵਾਬ ਹੀ ਨਹੀਂ ਹੈ। ਬਿਲਕੁਲ, ਉਸ ਟਾਈਮ ਸਾਡੇ ਮਤਲਬ ਅਮਿਤਾਭ ਬੱਚਨ ਸਰ ਵੀ ਬਹੁਤ ਇਮੋਸ਼ਨਲ ਹੋ ਗਏ ਸੀ ਉਸ ਟਾਈਮ ਤਾਂ, ਜਦੋਂ ਉਹਨਾਂ ਨੇ ਤੁਹਾਡੀ ਆ ਗੱਲ ਸੁਣੀ, ਕਿਉਂਕਿ ਇੰਨੀ ਛੋਟੀ ਏਜ ਦੇ ਵਿੱਚ ਬੱਚੇ ਆਪਣੇ ਗ੍ਰੈਂਡ ਪੇਰੈਂਟਸ ਵੱਲ ਇੰਨਾ ਝੁਕਾਅ ਹੋਵੇ, ਬਹੁਤ ਅੱਛਾ ਲੱਗਦਾ ਹੈ ਸੁਣ ਕੇ। ਸੋ ਬੱਚੇ, ਜਦੋਂ ਤੁਹਾਡੇ ਇੱਕ ਫਨੀ ਮੂਮੈਂਟ ਆਇਆ ਸੀਗਾ ਉਹਦੇ ਵਿੱਚ KBC ਦੇ ਵਿੱਚ, ਇੱਕ ਤੁਹਾਡੇ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਇੱਕ ਡਰੈਸਿੰਗ ਸੈਂਸ ਦੇ ਬਾਰੇ ਗੱਲ ਕੀਤੀ ਸੀਗੀ, ਉਹ ਕੀ ਸੀਗਾ, ਉਹ ਮਾਹੌਲ ਕੀ ਬਣ ਗਿਆ ਉਸ ਟਾਈਮ? ਉਸ ਟਾਈਮ ਤੇ ਮਾਹੌਲ ਬਹੁਤ ਮਸਤੀ ਵਾਲਾ ਬਣ ਗਿਆ ਸੀ, ਲੇਕਿਨ ਜਿਹੜੀ ਮਤਲਬ ਆਡੀਅנס ਸੀ ਉਹ ਤਾਂ ਨਹੀਂ, ਮਤਲਬ ਏਬੀ ਸਰ ਨੇ ਵੀ ਪਾਪਾ ਦੀ ਸਾਈਡ ਲੈ ਹੀ ਲਈ ਸੀ ਉਹ ਆਲਮੋਸਟ। ਓਕੇ, ਸੋ ਜਦੋਂ ਉਹਨਾਂ ਨੇ ਤੁਹਾਡੇ ਕੋਲ ਕੁਐਸਚਨਸ ਪੁੱਛਣੇ ਸ਼ੁਰੂ ਕੀਤੇ, ਇੱਕ ਤੁਹਾਡਾ ਇੱਕ ਉਹਦੇ ਵਿੱਚ ਔਰਾ ਆਉਂਦਾ ਜਿਹਦੇ ਵਿੱਚ ਪੁੱਛਦੇ ਕਿ ਤੁਹਾਡਾ ਫੇਵਰਿਟ ਸਬਜੈਕਟ ਕਿਹੜਾ ਹੈ, ਤੇ ਤੁਸੀਂ ਉਹਦੇ ਵਿੱਚ ਕੀ ਚੂਜ਼ ਕੀਤਾ ਸੀ? ਮੈਂ ਸਾਇੰਸ ਚੂਜ਼ ਕੀਤਾ ਸੀ। ਤੁਹਾਡਾ ਇੰਟਰਸਟ ਸਾਇੰਸ ਵੱਲ ਜ਼ਿਆਦਾ ਹੈ, ਕਿਉਂਕਿ ਅਸੀਂ ਬਹੁਤ ਸਾਰੇ ਇੰਟਰਵਿਊਜ਼ 'ਚ ਸੁਣ ਵੀ ਰਹੇ ਹਾਂ ਕਿ ਤੁਸੀਂ IIT 'ਚ ਜਾਣਾ ਚਾਹੁੰਦੇ ਹੋ। ਹਾਂਜੀ ਇਹਦੇ ਬਾਰੇ ਸਾਨੂੰ ਕੀ ਦੱਸੋਗੇ ਤੁਸੀਂ ਕੁਝ? IIT ਪਹਿਲਾਂ ਤੇ ਜਿੱਦਾਂ ਮੈਨੂੰ ਸਾਇੰਟਿਸਟ ਬਣਨਾ ਸੀਗਾ ਬਚਪਨ ਤੋਂ, ਮਤਲਬ ਮੇਰਾ ਸਟਾਰਟਿੰਗ ਤੋਂ ਇੱਕੋ ਏਮ ਰਿਹਾ ਹੈ। ਇਹਦਾ ਹੁੰਦਾ ਨਾ ਕਿ ਚੇਂਜ ਹੁੰਦਾ ਰਹਿੰਦਾ ਹੈ, ਬਟ ਮੇਰਾ ਸਟਾਰਟਿੰਗ ਤੋਂ ਇੱਕੋ ਏਮ ਰਿਹਾ ਕਿ ਮੈਨੂੰ ਸਾਇੰਟਿਸਟ ਹੀ ਬਣਨਾ ਹੈ। ਤੇ ਮੈਂ IIT ਤੋਂ ਇੱਕ ਵਾਰ ਮੇਰਾ ਐਡਮਿਸ਼ਨ ਹੋ ਜਾਵੇ, ਫਿਰ ਮੈਂ ਉੱਥੋਂ ਦੀ ਸਾਰੀ ਆਪਣੀ ਪੜ੍ਹਾਈ ਜਦੋਂ ਮਤਲਬ ਕਿ ਮੇਰੀ ਗ੍ਰੈਜੂਏਸ਼ਨ ਵਗੈਰਾ ਕੰਪਲੀਟ ਹੋ ਜਾਏਗੀ, ਇੱਕ ਵਾਰ ਮੈਂ ਸਾਇੰਟਿਸਟ ਬਣ ਗਈ, ਵਧੀਆ ਸਕਸੈਸਫੁਲ ਹੋ ਗਈ, ਤੇ ਜਿਹੜੇ ਬੱਚੇ ਵਧੀਆ ਪੜ੍ਹਾਈ ਨਹੀਂ ਅਫੋਰਡ ਕਰ ਸਕਦੇ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹਨਾਂ ਨੂੰ ਵਧੀਆ ਪੜ੍ਹਾਈ ਪ੍ਰੋਵਾਈਡ ਕਰਾ ਸਕਾਂ। ਮਤਲਬ ਜਿੰਨਾ ਮੇਰੇ ਹੱਥਾਂ ਵਿੱਚ ਉਦੋਂ ਹੋਏਗਾ ਮੈਂ ਉਹਨਾਂ ਟਰਾਈ ਕਰਾਂਗੀ, ਜੋ ਮਤਲਬ ਮੇਰੇ ਟੱਚ ਵਿੱਚ ਬੱਚੇ ਹੋਣਗੇ ਜਿਹੜੇ ਨਹੀਂ ਕਰ ਸਕਦੇ, ਤੇ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰਾਂਗੀ ਹੈਲਪ ਕਰਨ ਦੀ। ਮੈਮ, ਜਿਵੇਂ ਕਿ ਬੱਚੇ ਨੂੰ ਇੱਕ ਬੜੀ ਸਪੋਰਟ ਦੀ ਲੋੜ ਪੈਂਦੀ ਹੈ ਸਟੱਡੀ ਦੇ ਵਿੱਚ, ਤੁਸੀਂ ਵੀ ਇੱਕ ਟੀਚਰ ਹੋ, ਤੁਸੀਂ ਕਿਸ ਤਰ੍ਹਾਂ ਦਾ ਸਪੋਰਟ ਉਹਨੂੰ ਘਰੋਂ ਮਿਲਿਆ? ਪੇਰੈਂਟਸ ਨੇ ਕੀ ਸਪੋਰਟ ਕੀਤਾ? ਗ੍ਰੈਂਡ ਪੇਰੈਂਟਸ ਨੇ ਵੀ ਬੜਾ ਸਪੋਰਟ ਮਿਲਿਆ ਹੋਏਗਾ, ਤੇ ਉਹ ਕਿਵੇਂ ਦਾ ਸਪੋਰਟ ਸੀਗਾ? ਇੱਕ ਮੋਰਲ ਸਪੋਰਟ ਸੀ, ਐਜੂਕੇਸ਼ਨਲ ਸਪੋਰਟ ਸੀ, ਕਿਸ ਤਰ੍ਹਾਂ ਦਾ? ਜਿਵੇਂ ਇਹ ਸ਼ੁਰੂ ਤੋਂ ਹੀ ਇੰਟੈਲੀਜੈਂਟ ਸੀ, ਜੀ। ਜੋ ਇਹਨੂੰ ਪੜ੍ਹਾ ਦਿੱਤਾ ਜਾਂਦਾ ਸੀ ਇਹ ਦਿਮਾਗ 'ਚ ਰੱਖ ਲੈਂਦੀ ਸੀ। ਮਤਲਬ ਜੋ ਅਗਰ ਟੈਕਸਟ ਬੁੱਕਸ ਦੀ ਤਿਆਰੀ ਕਰਦੀ ਹੈ ਤੇ ਸ਼ੁਰੂ ਤੋਂ ਐਂਡ ਤੱਕ ਇਹ ਕੁਐਸਚਨ ਵੀ ਲੈਸਨ ਆਪਣਾ ਪੂਰਾ ਧਿਆਨ ਨਾਲ ਪੜ੍ਹਦੀ ਸੀ। ਇਹਦੇ ਪਾਪਾ ਬਹੁਤ ਹੈਲਪ ਕਰਦੇ ਆ, ਬੌਂਡਿੰਗ ਇਹਨਾਂ ਦੇ ਪਾਪਾ ਦੇ ਨਾਲ ਬਹੁਤ ਜ਼ਿਆਦਾ ਹੈਗੀ ਹੈ। ਤੇ ਜਿੱਦਾਂ ਫੋਨ ਦੇ ਉੱਤੇ ਵੀ ਗੇਮਸ ਖੇਡਦੀ ਸੀ, ਗੇਮਸ ਐਜੂਕੇਸ਼ਨਲ ਜਿਹੜੀਆਂ ਡਾਊਨਲੋਡ ਕਰਦੀ ਸੀ, ਜਿਵੇਂ KBC ਦੇ ਪਹਿਲੇ ਚੱਲੀ ਸੀ ਗੇਮ, ਉਹ ਵੀ ਖੇਡਦੀ ਹੁੰਦੀ ਸੀਗੀ। ਫਿਰ ਟੀਵੀ ਦੇ ਵਿੱਚ ਜਿੱਦਾਂ ਪ੍ਰੋਗਰਾਮ ਆਉਂਦੇ ਆ KBC, ਆਪਣਾ KBC ਦੇ ਪ੍ਰੋਗਰਾਮ ਤਾਂ ਦੇਖਦੀ ਹੈ, ਜਿਵੇਂ ਬੌਨਵੀਟਾ ਕੁਇਜ਼ ਹੋ ਗਿਆ, ਖੇਲੋ ਇੰਡੀਆ ਕੁਇਜ਼, ਇਸ ਤਰ੍ਹਾਂ ਦੇ ਪ੍ਰੋਗਰਾਮ ਇਹ ਦੇਖਦੀ ਪਾਪਾ ਨਾਲ ਬੈਠ ਕੇ ਆਪਣੇ। ਬਹੁਤ ਵਧੀਆ ਗੱਲ ਹੈ, ਬੱਚਾ ਨੌਲੇਜ ਹਾਂਜੀ, ਉਹਦੇ ਤੋਂ ਵੀ ਜਿਸ ਤਰ੍ਹਾਂ ਇਹਨੂੰ ਨੌਲੇਜ, ਕਾਫੀ ਕੁਐਸਚਨਸ ਦੀ ਨੌਲੇਜ ਮਿਲਦੀ ਸੀ। ਫਿਰ ਜਦੋਂ ਵੀ ਇਹਨੇ YouTube ਦੇ ਚੈਨਲਸ, ਜਿੱਦਾਂ YouTube ਤੋਂ ਦੇਖਦੀ ਹੈ ਫੋਨ ਵਗੈਰਾ, ਤੇ YouTube ਤੇ ਐਜੂਕੇਸ਼ਨਲ ਹੀ ਚੀਜ਼ਾਂ ਦੇਖਦੀ ਹੈਗੀ ਵੀ ਜਿਸ 'ਚ ਇਹਨੂੰ ਨੌਲੇਜ ਗੇਨ ਹੋਵੇ। ਜੀ। ਤੇ ਬੱਚੇ ਜਿਵੇਂ ਸਕੂਲ ਦੇ ਵਿੱਚ ਵੀ ਇੱਕ ਸਪੋਰਟ ਮਿਲਿਆ ਤੁਹਾਨੂੰ, ਬੜਾ ਸੁਣਿਆ ਸੀ ਟੀਚਰਸ ਨੇ, ਪ੍ਰਿੰਸੀਪਲ ਸਰ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਤੁਹਾਨੂੰ,
ਤੇ ਤੁਹਾਨੂੰ ਕਿਵੇਂ ਦਾ ਮਤਲਬ ਕੋਈ ਟੀਚਰ ਅਪਾਇੰਟ ਕੀਤਾ ਸੀ ਤੁਹਾਡੇ ਲਈ ਜਾਂ ਟੀਚਰ ਤੁਹਾਨੂੰ ਗਾਈਡ ਕਰਦੇ ਸੀਗੇ? ਕਿਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਸੀ ਸਕੂਲ ਵੱਲੋਂ? ਪਹਿਲਾਂ ਤੇ ਜਦੋਂ ਮੇਰਾ ਪਤਾ ਲੱਗਾ ਸੀ ਸਕੂਲ ਦੇ ਵਿੱਚ ਕਿ ਮਤਲਬ ਮੈਨੂੰ KBC ਲਈ FFF ਲਈ ਜਾਣਾ ਹੈ, ਤੇ ਉਦੋਂ ਮੇਰੇ ਵਾਈਸ ਪ੍ਰਿੰਸੀਪਲ ਸਰ ਤੇ ਪ੍ਰਿੰਸੀਪਲ ਸਰ ਜਿਹੜੇ ਸੀ ਉਹਨਾਂ ਨੇ ਮੈਨੂੰ ਟਾਈਮ ਦੇ ਦਿੱਤਾ ਸੀਗਾ ਕਿ ਮਤਲਬ ਮੈਂ ਸਕੂਲ ਦੇ ਵਿੱਚ ਇਸ ਪੀਰੀਅਡ ਦੇ ਵਿੱਚ ਆਪਣੀ KBC ਦੀ ਤਿਆਰੀ ਕਰ ਸਕਦੀ ਹਾਂ। ਤੇ ਜਿਹੜੇ ਮੇਰੇ ਬਾਕੀ ਸਬਜੈਕਟ ਟੀਚਰ ਸੀਗੇ ਉਹਨਾਂ ਨੇ ਮਤਲਬ ਮੈਨੂੰ ਭੇਜ ਦੇਣਾ ਹੁੰਦਾ ਸੀਗਾ ਜਦੋਂ ਕਲਾਸ ਆ ਜਾਂਦੇ, ਚੱਲ ਤੇਰਾ ਟਾਈਮ ਹੋ ਗਿਆ ਤੂੰ ਜਾ ਹੁਣ ਲਾਇਬ੍ਰੇਰੀ ਦੇ ਵਿੱਚ। ਤੇ ਉਦੋਂ ਜਿਹੜੀ ਵੀ ਮਟੀਰੀਅਲ ਦੀ ਮੈਨੂੰ ਲੋੜ ਪੈਂਦੀ ਸੀ, ਜੇ ਮੈਨੂੰ ਕਿਸੇ ਬੁੱਕ ਦੀ ਲੋੜ ਪੈ ਗਈ ਆ, ਮੇਰੇ ਕੋਲ ਕੋਈ ਡਾਊਟ ਆ ਗਿਆ, ਤੇ ਜਿਹੜੇ ਸਬਜੈਕਟ ਦੇ ਟੀਚਰ ਹੁੰਦੇ ਸੀ ਮੈਂ ਉਹਨਾਂ ਤੋਂ ਪੁੱਛ ਲੈਂਦੀ ਸੀ, ਤਾਂ ਮਤਲਬ ਮੇਰੀ ਹੈਲਪ ਕਰ ਦਿੰਦੇ ਹੁੰਦੇ ਸੀ। ਹੁਣ ਜਿਵੇਂ ਮੇਰੇ SST ਦੇ ਮੈਮ ਸੀ ਹੈਗੇ ਨੇ, ਤੇ ਉਹਨਾਂ ਨੇ ਮਤਲਬ ਮੈਨੂੰ ਇੱਕ ਬੈਟਲਸ ਵਾਸਤੇ ਪੂਰਾ ਮੈਪ ਦੇ ਦਿੱਤਾ ਸੀਗਾ, ਤੇ ਉਹਦੇ ਵਿੱਚ ਸਾਰੀ ਬੈਟਲਸ ਵਗੈਰਾ ਲਿਖੀਆਂ ਹੋਈਆਂ ਸੀ, ਤੇ ਉਹਦੇ ਤੋਂ ਵੀ ਮੈਨੂੰ ਬੜੀ ਹੈਲਪ ਮਿਲੀ। ਤੇ ਜੇ ਕੋਈ ਕੁਐਸਚਨ ਆ ਜਾਂਦਾ ਸੀ ਸਾਇੰਸ ਜਾਂ ਮੈਥ ਰਿਲੇਟਡ, ਕੋਈ ਵੀ ਮਤਲਬ ਕੁਐਸਚਨ ਆ ਜਾਂਦਾ ਸੀ, ਉਹ ਮੈਂ ਆਪਣੇ ਦੂਜੇ ਸਬਜੈਕਟ ਟੀਚਰਸ ਤੋਂ ਪੁੱਛ ਲੈਂਦੀ ਸੀ। ਤੇ ਮਤਲਬ ਉਹ ਸਾਰੇ ਬਹੁਤ ਕੋਆਪਰੇਟਿਵ ਨੇ, ਤੇ ਮਤਲਬ ਹਰ ਵਾਰੀ ਹੈਲਪ ਕਰ ਦਿੰਦੇ ਨੇ। ਇੱਕ ਐਜੂਕੇਸ਼ਨਲ ਮਾਹੌਲ ਰਿਹਾ ਹੈ ਸ਼ੁਰੂ ਤੋਂ ਤੁਹਾਡੇ ਘਰ ਦੇ ਵਿੱਚ, ਮਦਰ ਜਿਵੇਂ ਕਿ ਟੀਚਰ ਸੀ, ਫਾਦਰ ਦਾ ਵੀ ਝੁਕਾਅ ਜਿਵੇਂ ਕਿ KBC ਦੇ ਵਿੱਚ ਜਾਣਾ ਪਹਿਲੇ ਹੀ ਸੋਚਿਆ ਹੋਇਆ ਸੀਗਾ, ਤੇ ਉਸ ਮਾਹੌਲ ਦੇ ਵਿੱਚ ਆਈ ਥਿੰਕ ਤੁਹਾਡੇ ਲਈ ਬਹੁਤ ਈਜ਼ੀ ਰਿਹਾ ਹੋਏਗਾ ਇੱਦਾਂ KBC 'ਚ ਪਹੁੰਚਣ ਲਈ। ਈਜ਼ੀ ਤਾਂ ਨਹੀਂ ਮਤਲਬ ਕਹਿ ਸਕਦੇ। ਜਦੋਂ ਮਤਲਬ KBC ਦਾ ਪਤਾ ਲੱਗਿਆ ਸੀ, ਮੰਮੀ ਤਾਂ ਮਤਲਬ ਸਟ੍ਰਿਕਟ ਹੋ ਗਏ ਸੀਗੇ ਕਿ ਤੇਰਾ ਇੱਕ ਮਿੰਟ ਬਹੁਤ ਕੀਮਤੀ ਹੈ। ਮਤਲਬ ਮੈਂ ਜ਼ਿਆਦਾ ਦੇਰ ਦੀ ਰੈਸਟ ਨਹੀਂ ਲੈ ਸਕਦੀ ਸੀ ਸਕੂਲ ਤੋਂ ਬਾਅਦ। ਸਪੋਰਟ ਹੀ ਹੈ ਇਹ, ਚਾਹੇ ਕਹਿ ਲਓ ਵੀ ਮਤਲਬ ਥੋੜਾ ਟਫ ਸਪੋਰਟ ਕਹਿ ਲਓ, ਬਟ ਤੁਹਾਡੇ ਭਲੇ ਲਈ ਹੀ ਸੀਗਾ ਇਹ ਸਭ ਕੁਝ। ਇਹਨੂੰ ਫਿਰ ਘਰ ਦਾ ਕੰਮ ਕਰਨਾ ਸੀ ਬੰਦ ਕਰਤਾ ਸੀ ਨਾ, ਵੀ ਘਰ ਦਾ ਕੋਈ ਕੰਮ ਨਹੀਂ ਤੈਨੂੰ ਉਹ ਕਵਾਂਗੇ। ਟਾਈਮ ਤਾਂ ਬਹੁਤ ਚੰਗਾ ਸੀਗਾ। ਉਹ ਸਹੀ ਹੈ, ਮਤਲਬ ਚਲੋ ਐਜੂਕੇਸ਼ਨ ਦੇ ਲਈ ਅਗਰ ਇਦਾਂ ਦੀ ਹੈ ਤੇ ਫਿਰ ਟਾਈਮ ਚੰਗਾ ਤਾਂ ਵੀ ਠੀਕ ਹੈ। ਸੋ ਮੈਮ ਹੁਣ ਦੱਸੋ ਕਿ ਜਪਸਿਮਰਨ ਜਿਹੜੀ ਘਰ 'ਚ ਕਿਵੇਂ ਦੀਆਂ ਸ਼ਰਾਰਤਾਂ ਕਰ ਲੈਂਦੀ ਹੈ? ਸਿਰਫ ਪੜ੍ਹਾਈ ਕਰਦੀ ਹੈ ਜਾਂ ਸ਼ਰਾਰਤੀ ਵੀ ਹੈ? ਨਹੀਂ, ਸ਼ਰਾਰਤੀ ਨਹੀਂ ਹੈ। ਓਕੇ, ਪੜ੍ਹਾਈ ਵੀ ਚਲੋ ਆਪਣਾ ਜਿਸ ਤਰ੍ਹਾਂ ਬੱਚਾ ਕਰਦਾ ਹੁੰਦਾ ਹੈ, ਵੀ ਬਸ ਸਾਰਿਆਂ ਦਾ ਉਸ ਤਰ੍ਹਾਂ ਹੈ ਵੀ ਚੁਲਬੁਲੀ ਹੈਗੀ ਹੈ, ਰੌਣਕ ਲਗਾਈ ਰੱਖਦੀ ਘਰ ਵਿੱਚ ਦਾਦਾ ਦਾਦੀ ਦੇ ਨਾਲ। ਜ਼ਿਆਦਾ ਦਾਦੀ ਨਾਲ ਨਹੀਂ ਰਹਿੰਦੀ ਹੈ ਜਾਂ ਦਾਦਾ ਜੀ ਨਾਲ ਰਹਿੰਦੀ ਹੈ। ਮੈਂ ਤਾਂ ਡਿਊਟੀ 'ਤੇ ਹੁੰਦੀ ਹਾਂ ਅਤੇ ਫਾਦਰ ਵੀ ਡਿਊਟੀ 'ਤੇ ਹੁੰਦੇ ਹੈ, ਜੀ। ਅਤੇ ਸ਼ਾਮ ਨੂੰ ਸਾਡਾ ਮੇਲ ਹੁੰਦਾ ਹੈ, ਅਤੇ ਉਹ TV ਵਗੈਰਾ ਦੇਖ ਲਈਦਾ ਹੈ, ਅਤੇ ਗੱਲਾਂ ਬਾਤਾਂ ਕਰ ਲਈਦੀਆਂ, ਸਕੂਲ ਵਿੱਚ ਕੀ ਹੋਇਆ ਪੁੱਛ ਲਈਦਾ, ਅਤੇ ਬਸ ਇਹੀ ਗੱਲਾਂ ਬਾਤਾਂ ਹੁੰਦੀਆਂ। ਜਪਸਿਮਰਨ, ਅਸੀਂ ਜਦੋਂ ਵੇਖਿਆ ਕਿ ਸਾਰੇ ਕੰਟੈਸਟੈਂਟਸ ਉੱਥੇ ਬੈਠੇ ਨੇ, ਠੀਕ ਹੈ, ਫਾਸਟੈਸਟ ਫਿੰਗਰ ਹੋ ਰਿਹਾ ਹੈ, ਬਟ ਸਿਰਫ ਇੱਕ ਬੱਚਾ ਸਾਨੂੰ ਐਸਾ ਦਿਖ ਰਿਹਾ ਸੀਗਾ ਜਿਹੜਾ ਯੂਨੀਫਾਰਮ 'ਚ ਸੀ। ਉਹ ਕੀ ਮਤਲਬ ਤੁਹਾਡੇ ਦਿਮਾਗ 'ਚ ਸੀਗਾ ਕਿ ਤੁਸੀਂ ਸਕੂਲ ਯੂਨੀਫਾਰਮ 'ਚ ਹੀ ਗਏ? ਪਹਿਲਾਂ ਤੇ ਮਤਲਬ ਮੈਂ ਟੈਸਟ ਤੇ ਆ ਸੀਗਾ, ਮਤਲਬ KBC ਵੀ ਇੱਕ ਤਰ੍ਹਾਂ ਦਾ ਟੈਸਟ ਹੀ ਸੀਗਾ। ਜਦੋਂ ਸਕੂਲ ਦੀ ਡਰੈਸ ਵਿੱਚ ਜੋ ਤੇ ਸਕੂਲ ਵਾਲੀ ਫੀਲ ਵੀ ਆ ਜਾਂਦੀ ਹੈ ਸੀਰੀਅਸਲੀ। ਤੇ ਉਹ ਮਤਲਬ ਪੂਰਾ ਮਾਹੌਲ ਉਦਾਂ ਦਾ ਲੱਗ ਜਾਂਦਾ ਹੈ ਕਿ ਹਾਂ ਹੁਣ ਸਕੂਲ ਵਾਂਗੂ ਹੀ ਟੈਸਟ ਦੇਣਾ ਹੈ। ਤੇ ਪਲੱਸ ਪੁਆਇੰਟ ਆਹ ਕਿ ਜੋ ਮੇਰਾ ਸਕੂਲ ਹੈ ਨਾ, ਦੇਸ਼ ਤੋਂ ਕਿੰਨੇ ਸਾਰੇ ਸੋਲਜਰਸ ਦਿੱਤੇ ਨੇ, ਤੇ ਮੈਨੂੰ ਆਪਣੀ ਡਰੈਸ ਪਾ ਕੇ ਬਹੁਤ ਪ੍ਰਾਊਡ ਵਾਲੀ ਫੀਲ ਵੀ ਆਉਂਦੀ ਹੈ। ਬਹੁਤ ਵਧੀਆ ਸੋਚ ਹੈ, ਬੱਚਾ ਮਤਲਬ ਇੱਕ ਸਕੂਲ ਨੂੰ ਵੀ ਪ੍ਰਮੋਟ ਕਰ ਰਹੇ ਹੋ, ਔਰ ਅੱਛੀ ਗੱਲ ਹੈ। ਸੋਲਜਰਸ ਵਾਲੀ ਫੀਲਿੰਗ ਨਾਲ ਅਗਰ ਤੁਸੀਂ ਜਾ ਰਹੇ ਹੋ ਤਾਂ ਫਤਿਹ ਤੇ ਹਾਸਿਲ ਕਰਨੀ ਹੀ ਸੀਗੀ ਨਾ ਤੁਸੀਂ। ਸੋ ਮੈਮ, ਇੱਕ ਮੇਰਾ ਸਵਾਲ ਹੈ ਕਿ ਜਿੱਦਾਂ ਤੁਹਾਡੇ ਹਸਬੈਂਡ ਨੇ 2 ਵਾਰੀ ਸ਼ਾਇਦ ਟਰਾਈ ਕੀਤਾ, ਤੇ ਉਹਨਾਂ ਨੇ ਜਦੋਂ ਮਤਲਬ ਮੌਕਾ ਮਿਲਿਆ ਉਹਨਾਂ ਨੂੰ ਉੱਥੇ ਜਾਣ ਦਾ, ਤੇ ਉਸ ਟਾਈਮ ਤੁਹਾਡੀ ਫੀਲ ਕਿਸ ਤਰ੍ਹਾਂ ਦੀ ਸੀਗੀ? ਨਹੀਂ, ਇਹਨਾਂ ਨੂੰ ਜਿਸ ਤਰ੍ਹਾਂ ਆਡੀਸ਼ਨ ਰਾਊਂਡ ਤੱਕ ਪਹੁੰਚੇ ਸੀ, ਫਸਟ ਟਾਈਮ ਹੀ ਸੀ ਇਹਨਾਂ ਦਾ ਟਰਾਈ ਕੀਤਾ ਸੀ। ਸਿੰਸੀਅਰ ਟਰਾਈ ਹਾਂ, ਪਹਿਲੇ ਤਾਂ ਵੈਸੇ ਖੇਡਦੇ ਜ਼ਰੂਰ ਸੀ। KBC ਦਾ ਜਿਹੜਾ ਪਲੇ ਔਨ ਜਿਹੜਾ ਅਲੋਂਗ ਜਿਹੜਾ ਪਲੇ ਅਲੋਂਗ ਹੈਗਾ, ਇੱਕ ਫੋਨ 'ਤੇ ਹੀ ਖੇਡਦੇ ਹੈਗੇ ਆ, ਅਤੇ ਉਹਦੇ 'ਚ ਬੜੀ ਟਰਾਈ ਕਰਦੇ ਪਏ ਸੀ। ਅਤੇ ਇਹ ਵੀ ਵਿੱਚ ਉਹਨਾਂ ਦੇ ਆਨਸਰ ਕਈ ਵਾਰ ਗਲਤ ਹੋ ਜਾਂਦੇ ਸੀ, ਅਤੇ ਉਹਨਾਂ ਦੇ ਪੁਆਇੰਟ ਬੈਕ ਚਲ ਜਾਂਦੇ ਸੀਗੇ, ਅਤੇ ਉਹ ਕਹਿੰਦੇ ਸੀ ਤੂੰ ਮੈਨੂੰ ਖੇਡਣ ਨਹੀਂ ਦਿੰਦੀ, ਬੈਕ ਵੀ ਗਲਤ ਹੋ ਜਾਂਦਾ ਹੈ ਨਾ ਕਈ ਵਾਰੀ ਕੁਐਸਚਨ, ਅਤੇ ਕਹਿੰਦੇ ਵੀ ਮੇਰੇ ਪੁਆਇੰਟ ਪਿੱਛੇ ਚਲ ਜਾਂਦੇ ਹੈਗੇ। ਅਤੇ ਕਾਫੀ ਉਹਨਾਂ ਦਾ ਸੀਗਾ, ਅਤੇ ਉਹਨਾਂ ਨੇ ਟਰਾਈ ਕੀਤੀ ਸੀਰੀਅਸਲੀ, ਵੀ ਕਹਿੰਦੇ ਚਲੋ ਮੈਂ ਟਰਾਈ ਕਰਦਾ, ਵੀ ਕੀ ਪਤਾ ਮੇਰਾ ਨੰਬਰ ਵੀ ਲੱਗ ਜਾਏ ਮੈਨੂੰ ਕੁਐਸਚਨ, ਕਿਉਂਕਿ ਉਹਨਾਂ ਨੂੰ ਅਸੀਂ ਗੂਗਲ ਮੈਨ ਕਹਿੰਦੇ ਹਾਂ ਘਰ 'ਚ, ਅਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਕੁਐਸਚਨ ਆਉਂਦੇ ਹੁੰਦੇ। ਸੋ ਮੈਮ, ਜਿੱਦਾਂ ਬੱਚਾ ਜਦੋਂ ਸੀਟ ਤੇ ਬੈਠ ਗਿਆ, ਹੌਟ ਸੀਟ ਤੇ, ਠੀਕ ਹੈ, ਉਸ ਟਾਈਮ ਇੱਕ ਸਿਚੁਏਸ਼ਨ ਆਉਂਦੀ ਹੈ ਕਿ ਬੱਚੇ ਨੂੰ ਹੌਟ ਸੀਟ, ਜਦੋਂ ਕੰਟੈਸਟੈਂਟ ਜਿਹੜੇ ਫਾਸਟੈਸਟ ਫਿੰਗਰ ਤੋਂ ਸੀਟ ਤੇ ਜਾਂਦੇ ਹੈ, ਤੇ ਵਿੱਚ ਕੋਈ ਬ੍ਰੇਕ ਮਿਲਦੀ ਹੈ ਜਾਂ ਕੋਈ ਇਦਾਂ ਦੀ ਸੀਨ, ਮਤਲਬ ਜੋ TV ਤੇ ਚੱਲ ਰਿਹਾ ਹੈ ਉਸ ਤਰ੍ਹਾਂ ਹੀ ਹੈ, ਸੇਮ ਉਸ ਤਰ੍ਹਾਂ ਹੀ ਓਰੀਜਨਲ ਹੈ ਸਾਰਾ ਕੁਝ। ਓਕੇ, ਉੱਥੇ ਕੋਈ ਉਹ ਨਹੀਂ ਹੈ ਵੀ ਤੁਹਾਨੂੰ ਕੋਈ ਪਿੱਛੇ ਬੁੱਕਲੈਟ ਫੜਾ ਦੇਣਗੇ ਪੜ੍ਹਾਉਣ ਲਈ ਕਰਨਗੇ, ਕੁਛ ਨਹੀਂ। ਜੋ ਹੈ ਓਰੀਜਨਲ ਹੈ, ਜਿਸ ਤਰ੍ਹਾਂ TV 'ਚ ਦਿਖਾਇਆ ਜਾਂਦਾ ਹੈ ਸੇਮ ਹੋਈ ਹੈ। ਫਾਸਟੈਸਟ ਫਿੰਗਰ ਫਸਟ ਤੋਂ ਲੈ ਕੇ ਹੌਟ ਸੀਟ ਤੱਕ ਲਗਾਤਾਰ ਚੱਲਦਾ ਹੈ। ਬਸ ਫਿਰ ਉੱਥੇ ਜਦੋਂ ਬੱਚਾ ਹੌਟ ਸੀਟ 'ਤੇ ਸਿਲੈਕਟ ਹੋ ਜਾਂਦਾ ਹੈ, ਫਿਰ ਉਹ ਥੋੜ੍ਹੇ 2 ਮਿੰਟ ਦੀ ਬੱਚੇ ਨੂੰ ਰਿਲੈਕਸ ਕਰਨ ਲਈ ਉਹ ਬੈਕ ਸਟੇਜ 'ਤੇ ਲੈ ਕੇ ਜਾਂਦੇ ਵੀ ਕੰਫਰਟੇਬਲ ਹੋ ਜਾਵੇ ਬੱਚਾ, ਅਤੇ ਫਿਰ ਉਸ ਤੋਂ ਬਾਅਦ ਗੇਮ ਸ਼ੁਰੂ ਹੋ ਜਾਂਦੀ ਹੈ।
ਤੇ ਆਈ ਥਿੰਕ ਜਬ ਸਿਮਰਨ ਮਤਲਬ ਇੱਕ ਦਿਨ ਦਾ ਗੈਪ ਵਿੱਚ ਪੈ ਗਿਆ ਸੀਗਾ ਕਿ ਅੱਜ ਖਤਮ ਹੋ ਗਿਆ ਸੀ ਸ਼ੋਅ, ਦੈਨ ਨੈਕਸਟ ਡੇ ਫੇਰ ਆਏ ਸੀ, ਤੇ ਉਹਦੇ ਵਿੱਚ ਕਿੱਦਾਂ ਦੀ ਕੋਈ ਡਰ ਸੀ, ਤਿਆਰੀ ਸੀ, ਕੀ ਕਰ ਰਹੇ ਸੀ ਉਸ ਟਾਈਮ ਦੇ ਵਿੱਚ, ਡਿਊਰਿੰਗ ਉਹ ਟਾਈਮ ਵੀ ਜਦੋਂ ਤੁਹਾਨੂੰ ਇੱਕ ਦਿਨ ਮਿਲ ਗਿਆ, ਇੱਕ ਰਾਤ ਮਿਲ ਗਈ ਕਹਿ ਲਓ, ਤੇ ਉਸ ਟਾਈਮ 'ਚ ਤੁਸੀਂ ਕੀ ਕੀਤਾ ਫਿਰ? ਉਸ ਟਾਈਮ ਤਾਂ ਮੈਨੂੰ ਪੜ੍ਹਾਉਂਦੇ ਪਏ ਸੀਗੇ, ਮਤਲਬ ਮੈਨੂੰ ਜੋ ਚਾਹੀਦਾ ਸੀ ਮਤਲਬ ਮੰਗਾਈ ਜਾ ਇਸ ਦਿਨ ਜੋ ਚਾਹੀਦੀ ਹੈ ਨਾ ਚੀਜ਼ ਤੂੰ ਬਸ ਦੱਸ ਦੇ ਤੇ ਤੂੰ ਹੁਣ ਆਪਣਾ ਪੜ੍ਹਨਾ ਸ਼ੁਰੂ ਕਰ ਦੇ। ਕੋਈ ਜਜਮੈਂਟ ਵੀ ਸੀ ਕਿ ਇਦਾਂ ਦੇ ਕੁਐਸਚਨਸ ਆ ਰਹੇ ਨੇ ਤੇ ਇਹ ਕੁਐਸਚਨਸ ਜਿਹੜੇ ਹੋ ਸਕਦੇ ਆ ਅੱਗੇ ਆਉਣ ਵਾਲੇ ਟਾਈਮ 'ਚ, ਕੋਈ ਇਦਾਂ ਕੁਝ ਨਹੀਂ? ਨਹੀਂ ਇਹਦਾ ਕੋਈ ਮਤਲਬ ਜਾਣਕਾਰੀ ਨਹੀਂ ਸੀ, ਕੁਐਸਚਨ ਕਿਤੋਂ ਵੀ ਆ ਸਕਦਾ ਸੀ, ਮਤਲਬ ਜਿਹੜੀ ਮਤਲਬ ਆਪਣੀ ਸਟੇਟ ਦੀ ਜਾਣਕਾਰੀ ਉਹ ਸਾਰਾ ਦੇ ਰਹੇ ਸੀ ਕਿਉਂਕਿ ਮਤਲਬ ਆਪਾਂ ਜਿਹੜੀ ਸਟੇਟ ਤੋਂ ਆ ਉੱਥੋਂ ਦੀ ਕੁਐਸਚਨਸ ਉਹ ਪੁੱਛ ਸਕਦੇ ਨੇ, ਤੇ ਥੋੜਾ ਨਦੀਆਂ ਵਗੈਰਾ ਤੋਂ ਉੱਥੋਂ ਦੀ ਕਰਾਤਾ ਸੀ ਤੇ ਉਹ ਪੜ੍ਹਿਆ ਹੋਇਆ ਸੀ ਤੇ ਮੈਨੂੰ ਆਨਸਰ ਆਂਦਾ ਸੀਗਾ, ਤੇ ਬਾਕੀ ਜਿਹੜੀ ਮੇਰੀ ਪੁਰਾਣੀ ਨੌਲੇਜ ਸੀ ਉਹ ਵੀ ਕੰਮ ਆਈ। ਤੇ ਉਸ ਦਿਨ ਵੀ ਪਾਪਾ ਨੇ ਮੈਨੂੰ ਸਾਰੀ ਚੀਜ਼ਾਂ ਰੀਕਾਲ ਕਰਾਈਆਂ, ਤੇ ਜਦੋਂ ਆਪਾਂ ਬੱਸ ਵਿੱਚ ਜਾਂਦੇ ਹੁੰਦੇ ਸੀ ਉਹ ਥੋੜੀ ਦੇਰ ਮੈਨੂੰ ਕੁਐਸਚਨਸ ਕਰਾਉਂਦੇ ਸੀਗੇ, ਫਿਰ ਉਹ ਮੈਨੂੰ ਬਸ ਕਹਿ ਦਿੰਦੇ ਚੱਲ ਹੁਣ ਤੂੰ ਬਹਿ ਜਾ ਸ਼ਾਂਤੀ ਨਾਲ ਤੇ ਆਪਾਂ ਥੋੜਾ ਰਿਲੈਕਸ ਵੀ ਹੋ ਜਾਓ ਤਾਂ ਕਿ ਇੱਕਦਮ ਸ਼ੂਟ ਤੋਂ ਪਹਿਲੇ ਵੀ ਅਗਰ ਕੁਝ ਜ਼ਿਆਦਾ ਬਰਡਨ ਲਿੱਤਾ ਤਾਂ। ਫਾਸਟੈਸਟ ਫਿੰਗਰ ਫਰਸਟ ਵਿੱਚ ਇੱਕ ਇਦਾਂ ਦਾ ਕੁਐਸਚਨ ਆਇਆ ਸੀ ਜੋ ਪਾਪਾ ਨੇ ਇੱਕ ਦਿਨ ਪਹਿਲਾਂ ਇਹਨੂੰ ਸਮਝਾਇਆ ਸੀ। ਓਕੇ, ਸੋ ਮੈਮ ਜਦੋਂ ਤੁਸੀਂ KBC ਜੂਨੀਅਰ ਤੋਂ ਵਾਪਸ ਆਏ ਹੈ ਨਾ, ਜਿੱਤ ਕੇ ਆ ਗਏ, ਔਰ ਤੁਹਾਡੇ ਕਿਵੇਂ, ਕਿਉਂਕਿ ਸਾਨੂੰ ਤੇ ਬਾਅਦ ਚੋਂ ਪਤਾ ਚੱਲਿਆ ਕਿ ਸਾਡੇ ਜਲੰਧਰ ਸ਼ਹਿਰ ਦੀ ਲੜਕੀ ਹੈ ਜਿਹੜੀ ਜਬ ਸਿਮਰਨ 50 ਲੱਖ ਪੁਆਇੰਟਸ ਜਿੱਤ ਕੇ ਆਈ ਹੈ, ਬਟ ਜਦੋਂ ਤੁਸੀਂ ਵਾਪਸ ਆਏ ਕਾਫੀ ਟਾਈਮ ਬਾਅਦ ਬ੍ਰੋਡਕਾਸਟ ਹੁੰਦਾ ਹੈ ਟੈਲੀਵਿਜ਼ਨ ਦੇ ਉੱਤੇ, ਉਸ ਟਾਈਮ ਕਿ ਰਿਲੇਟਿਵਸ ਨੂੰ ਕਿਵੇਂ ਪਤਾ ਚੱਲਿਆ ਜਾਂ ਤੁਸੀਂ ਦੱਸਿਆ? ਵੀ ਉਸ ਟਾਈਮ ਸੀਗਾ ਵੀ ਉਹਨਾਂ ਨੂੰ ਸਾਨੂੰ ਪੁੱਛਦੇ ਤਾਂ ਸੀ ਕਿੰਨੇ ਵੀ ਪੁਆਇੰਟ ਜਿੱਤ ਕੇ ਆਈ ਹੈ। ਮੈਂ ਕਿਹਾ ਵੀ ਜਦੋਂ ਆਏਗਾ ਟੈਲੀਕਾਸਟ ਹੋਏਗਾ ਉਦੋਂ ਹੀ ਦੇਖਿਓ। ਫਿਰ ਜਿਸ ਦਿਨ ਇਹਦਾ ਟੈਲੀਕਾਸਟ ਹੋਇਆ, ਜਦੋਂ ਇਹਦਾ ਪ੍ਰੋਗਰਾਮ ਐਂਡ ਹੋਇਆ ਤੇ ਉਸੇ ਟਾਈਮ ਹੀ ਫੋਨ ਆਣੇ ਸ਼ੁਰੂ ਹੋ ਗਏ ਵੀ ਸਾਰੇ ਆਣੇ ਵਧਾਈਆਂ ਦੇਣ, ਸਾਰਾ ਕੁਝ ਬਲੈਸਿੰਗ ਇਹਨੂੰ ਦੇ ਰਹੇ ਸੀ ਤੇ ਕੰਗ੍ਰੈਚ ਕਰ ਰਹੇ ਸੀ, ਤੇ ਵੀਡੀਓ ਕਾਲ ਕਰ ਕਰਕੇ ਕਹਿੰਦੇ ਸਾਡੀ ਗੱਲ ਕਰਾਓ ਇਹਦੇ ਨਾਲ, ਵੀ ਸਾਰੇ ਬਹੁਤ ਖੁਸ਼ ਸੀਗੇ। ਬਹੁਤ ਵਧੀਆ ਲੱਗਦਾ ਹੋਣਾ ਉਸ ਟਾਈਮ। ਸੋ ਜਦੋਂ ਦੇ ਤੁਸੀਂ KBC ਚੋਂ ਵਿਨ ਕਰਕੇ ਆਏ ਆ, ਉਸ ਤੋਂ ਬਾਅਦ ਤੁਹਾਡੇ ਲਾਈਫ ਸਟਾਈਲ 'ਚ ਕਿਵੇਂ ਜਿਹਾ ਚੇਂਜ ਆ ਗਿਆ? ਜਬ ਸੇ ਲਾਈਫ ਸਟਾਈਲ 'ਚ ਮੈਨੂੰ ਡਾਂਟ ਬੜੀ ਘੱਟ ਹੋ ਗਈ ਹੈ। ਇਹ ਵੀ ਸਹੀ ਗੱਲ ਹੈ, ਮਤਲਬ ਜਿੱਦਾਂ ਸ਼ੂਟ ਚੱਲ ਰਹੇ ਨੇ ਬਾਰ-ਬਾਰ ਰਿਕਾਰਡਿੰਗਸ, ਔਰ ਲਾਈਫ ਵਧੀਆ ਲੱਗ ਰਹੀ ਹੈ ਜਾਂ ਕੰਜਸਟਡ ਲੱਗ ਰਹੀ ਹੈ ਕਿ ਸਕੂਲ ਵੀ ਹੈ ਵਿੱਚ ਇਹ ਵੀ ਚੀਜ਼ਾਂ ਆ ਰਹੀਆਂ? ਨਹੀਂ ਹਜੇ ਤਾਂ ਮੇਰੀ ਛੁੱਟੀਆਂ ਚੱਲ ਰਹੀਆਂ, ਜਦ ਤੱਕ ਛੁੱਟੀਆਂ ਓਵਰ ਹੋਣੇ ਉਦ ਤੱਕ ਸਾਰਾ ਨਾਰਮਲ ਹੋ ਹੀ ਜਾਏਗਾ ਆਲਮੋਸਟ, ਤੇ ਵਧੀਆ ਲੱਗ ਰਿਹਾ, ਉਦੋਂ ਤੱਕ ਮਜ਼ੇ ਲਓ। ਨਹੀਂ, ਅਸੀਂ ਵਿਸ਼ ਕਰਦੇ ਹਾਂ ਕਿ ਇਹ ਚੀਜ਼ਾਂ ਜਲਦੀ ਨਾਰਮਲ ਨਾ ਹੋਣ, ਅੱਛੀਆਂ ਸਾਨੂੰ ਇਦਾਂ ਦੇ ਮੂਮੈਂਟਸ ਆਉਂਦੇ ਰਹਿਣ ਕਿ ਅਸੀਂ ਜਬ ਸਿਮਰਨ ਨੂੰ ਬਾਰ-ਬਾਰ ਆਪਣੇ ਕਾਲਜ 'ਚ ਬੁਲਾਉਂਦੇ ਰਹੀਏ। ਮੈਂ ਵੀ ਬਾਰ-ਬਾਰ ਆਉਂਦੀ ਰਹਾਂ। ਬਿਲਕੁਲ, ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਤੁਸੀਂ ਅੱਜ ਸਾਡੇ ਕਾਲਜ 'ਚ ਆਏ ਹੋ। ਸੋ ਬਹੁਤ ਵਧੀਆ ਲੱਗਾ ਜਬ ਸਿਮਰਨ ਸਾਡੇ ਸਟੂਡੀਓ 'ਚ ਅੱਜ ਆਉਣ ਲਈ, ਸਾਡੇ ਕਾਲਜ ਦੇ ਵਿੱਚ ਆ ਕੇ ਸਾਡਾ ਵੀ ਮਾਣ ਵਧਾਉਣ ਲਈ, ਪੂਰੇ ਜਲੰਧਰ ਸ਼ਹਿਰ ਦਾ ਤਾਂ ਤੁਸੀਂ ਵਧਾਇਆ ਹੀ ਹੈ। ਸਾਨੂੰ ਇਹ ਵੀ ਸੁਣਨ 'ਚ ਆਇਆ ਕਿ ਪੰਜਾਬ ਤੋਂ ਸੈਕਿੰਡ ਆਈ ਥਿੰਕ ਜੂਨੀਅਰ ਕੰਟੈਸਟੈਂਟ ਸੀ ਜਿਨ੍ਹਾਂ ਨੇ ਹਾਈਐਸਟ, ਮਤਲਬ ਫਸਟ ਨਾ ਤੁਸੀਂ ਹਾਈਐਸਟ ਅਮਾਊਂਟ ਜਿੱਤੀ ਹੈ ਜਿਨ੍ਹਾਂ ਨੇ, ਤੇ ਆਈ ਥਿੰਕ 2 ਹੀ ਬੱਚੇ ਸੀ ਜਿਨ੍ਹਾਂ ਨੇ ਪੰਜਾਬ ਤੋਂ ਗਏ ਹੈ। ਇੱਕ ਚੰਡੀਗੜ੍ਹ ਤੋਂ ਸੀ। ਓਕੇ, ਸੋ ਬਹੁਤ ਪ੍ਰਾਊਡ ਫੀਲ ਹੈਗੀ ਹੈ ਸਾਡੇ ਲਈ ਇਹ, ਠੀਕ ਹੈ, ਔਰ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ। ਥੈਂਕ ਯੂ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਵੀ ਅਸੀਂ ਜਬ ਸਿਮਰਨ ਨੂੰ ਆਪਣੇ ਕਾਲਜ 'ਚ ਬੁਲਾਉਂਦੇ ਰਹੀਏ ਬਾਰ-ਬਾਰ ਇੰਟਰਵਿਊਜ਼ ਲਈ। ਥੈਂਕ ਯੂ ਸੋ ਮਚ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ। ਔਰ ਜਬ ਸਿਮਰਨ ਜਾਂਦੇ ਸਾਡੇ ਦਰਸ਼ਕਾਂ ਨੂੰ, ਉਹਨਾਂ ਬੱਚਿਆਂ ਨੂੰ ਜਿਹੜੇ ਤੁਹਾਡੀ ਏਜ ਦੇ ਨੇ ਜਾਂ ਤੁਹਾਡੇ ਤੋਂ ਛੋਟੇ ਨੇ, ਕੀ ਸਲਾਹ ਦੋਗੇ, ਕੀ ਸੁਜੈਸ਼ਨ ਦੇਣਾ ਚਾਹੋਗੇ ਕਿ ਵੀ ਉਹ ਅੱਗੇ ਇੱਦਾਂ ਦੇ ਕਾਮਯਾਬੀਆਂ ਹਾਸਲ ਕਰ ਸਕਣ? ਮੈਂ ਇਹੀ ਕਹਾਂਗੀ ਕਿ ਮਿਹਨਤ ਕਰਦੇ ਰਹੋ, ਜੋ ਤੁਹਾਨੂੰ ਚਾਹੀਦਾ ਹੈ ਅੱਗੇ ਜਾ ਕੇ ਜ਼ਰੂਰ ਮਿਲੇਗਾ। ਤੇ ਆਪਣੇ ਮੰਮਾ ਪਾਪਾ ਦਾ ਕਹਿਣਾ ਮੰਨੋ, ਉਹ ਡਾਂਟਦੇ ਜ਼ਰੂਰ ਨੇ ਬਟ ਉਹਨਾਂ ਦੀ ਡਾਂਟ ਵੀ ਅੱਗੇ ਜਾ ਕੇ ਕੰਮ ਆਉਂਦੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਜਬ ਸਿਮਰਨ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਸਰ। Thank you. ਥੈਂਕ ਯੂ।